प्रोग्राम दे विच आप सब दा स्वागत है। प्रोग्राम लैके हाजिर हो चुके हैं जी अपडेट अमेरिका दा शाम दा बुलेटिन। हरजोत सिंह जी आयां नूं स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 20 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਅਤੇ ਸ਼ਾਮ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। प्रोग्राम शुरू करने तो पहलों साढ़े अज के स्पॉन्सर्स उन्होंने धन्यवाद करते जाइए। खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल 408-272-25 ते इस दे नाल अमरजीत सिंह फ्रेजनो, राजपाल सिंह, कुलवंत सिंह ब्राड बेकरसफील्ड, अवतार सिंह मंजिल क्लोविस, मनजीत सिंह फ्रीमॉन्ट, मक्खन सिंह मान विस्कॉन्सन, रजिंदर सिंह चौहान बेकरसफील्ड, अमनदीप सिंह ब्राड वर्जीनिया, पवन सिंह गौरव सिंह सोहता यूबा सिटी, मेजर सिंह सिद्धू बेकरसफील्ड, जगतार सिंह गुलजार सिंह ऑलक ट्रकिंग फ्रेजनो, जसबीर सिंह फंटेना। इन्हां सारिਆਂ ਦਾ बहुत बहुत धन्यवाद। जेकर तुसीं या कोई होर कारोबार इस प्रोग्राम ਨੂੰ स्पॉन्सर करना चाहते हो संपर्क करो 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਜਿਹੜੇ ਜੋ ਬਾਈਡਨ ਆ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਵੀ 5 ਦਹਾਕਿਆਂ ਤੋਂ ਜਿਹੜੇ ਪੋਲੀਟਿਕਸ ਦੇ ਵਿੱਚ ਹੈਗੇ 50 ਸਾਲਾਂ ਤੋਂ ਅੱਜ ਉਹਨਾਂ ਦੀ ਜਿਹੜਾ ਰਾਤ ਦੀ ਉਹਨਾਂ ਨੇ ਬੋਲਣਾ ਹੈਗਾ ਆ। ਸੋ ਉਹਨਾਂ ਦੀ ਬਿਗੈਸਟ ਨਾਈਟ ਹੈਗੀ ਆ ਕਿਉਂਕਿ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ ਡੈਮੋਕ੍ਰੇਟਿਕ ਪਾਰਟੀ ਵੱਲੋਂ। ਸੋ ਅੱਜ ਉਹ ਹੁਣ ਤੋਂ ਥੋੜ੍ਹੇ ਮਿੰਟਾਂ ਬਾਅਦ ਜਿਹੜਾ ਆ ਐਡਰੈਸ ਕਰਨਗੇ। ਜੀ ਕਹਿੰਦੇ ਵੀ ਉਹ ਫਾਰਮਲੀ ਅਧਿਕਾਰਤ ਤੌਰ ਦੇ ਉੱਤੇ ਇਸ ਨੋਮੀਨੇਸ਼ਨ ਨੂੰ ਅਸੈਪਟ ਕਰਨਗੇ। ਜਿੱਦਾਂ ਆਪਾਂ ਕੱਲ੍ਹ ਦੇਖਿਆ ਵੀ ਜਿਹੜੀ ਸੈਨੇਟਰ ਕਮਲਾ ਹੈਰਿਸ ਆ ਉਹਨਾਂ ਨੇ ਕੱਲ੍ਹ ਜਿਹੜੀ ਆਪਣੀ ਨੋਮੀਨੇਸ਼ਨ ਆ ਉਸ ਨੂੰ ਅਸੈਪਟ ਜਿਹੜਾ ਉਹ ਕੀਤਾ ਸੀ। ਕਹਿੰਦੇ ਵੀ ਮੁੱਖ ਇੱਦਾਂ ਲੱਗ ਰਿਹਾ ਵੀ ਜਿਹੜੇ ਜੋ ਬਾਈਡਨ ਆਪਣੇ ਪਰਿਵਾਰ ਦੇ ਨਾਲ ਇੱਕ ਅਮਰੀਕਾ ਦੇ ਲਈ ਪ੍ਰੋਮਿਸ ਦੀ ਕਹਿੰਦੇ ਗੱਲ ਜਿਹੜੀ ਉਹ ਕਰ ਸਕਦੇ। ਕਹਿੰਦੇ ਉਹਨਾਂ ਦੀਆਂ 2 ਜਿਹੜੀਆਂ ਆਟੋਬਾਇਓਗ੍ਰਾਫੀਜ਼ ਪਹਿਲਾਂ ਆਈਆਂ ਸੀ ਉਸ ਦੇ ਵਿੱਚ ਇਹ ਸ਼ਬਦ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਉਹ ਮੁੱਖ ਜਿਹੜਾ ਹੋ ਰਿਹਾ ਸੀ। ਸੋ ਇੱਦਾਂ ਲੱਗ ਰਿਹਾ ਵੀ ਅਮਰੀਕਾ ਨੂੰ ਜਿੱਦਾਂ ਆਪਾਂ ਦੇਖਿਆ ਸੀਗਾ ਵੀ ਜਦੋਂ ਬਰਾਕ ਓਬਾਮਾ ਨੇ ਵੀ ਆਪਣੀ ਕੈਂਪੇਨ ਕੀਤੀ ਸੀ ਹੋਪ ਅਤੇ ਚੇਂਜ ਜਿਹੜੇ ਸ਼ਬਦ ਆ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਕੈਂਪੇਨ ਜਿਹੜਾ ਉਹ ਜ਼ਿਆਦਾ ਕੀਤਾ ਸੀ। ਸੋ ਹੋ ਸਕਦਾ ਹੈ ਵੀ ਜਿੱਦਾਂ ਮੇਕ ਅਮਰੀਕਾ ਗ੍ਰੇਟ ਅਗੇਨ ਵਾਲਾ ਜਿਹੜਾ ਨਾਅਰਾ ਆ ਪਿਛਲੀ ਵਾਰੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕੀਤਾ ਸੀ ਅਤੇ ਇਸ ਵਾਰ ਇਹ ਜਿਹੜਾ ਆਪਣਾ ਕੋਈ ਨਾ ਕੋਈ ਕੈਂਪੇਨ ਸਲੋਗਨ ਆ ਉਹ ਇੱਦਾਂ ਦਾ ਜਿਹੜਾ ਉਹ ਛੱਡ ਸਕਦੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਕੀ ਜਿਹੜੀ ਇਸ ਦੇ ਵਿੱਚ ਖਾਸ ਕਰਕੇ ਉਹ ਗੱਲਬਾਤ ਆ ਉਹ ਕਰਨਗੇ। ਅਤੇ ਅੱਜ ਜਿਹੜੇ ਇਸ ਦੇ ਨਾਲ ਜਿਹੜਾ ਦੱਸ ਜਾਈਏ ਹਰਜੋਤ ਸਿੰਘ ਜੀ ਜਿਹੜੇ USPS ਨੂੰ ਲੈ ਕੇ ਸੈਨੇਟ ਅਤੇ ਜਿਹੜੀ ਕਾਂਗਰਸ ਆ ਉਹਨਾਂ ਦੇ ਦੁਆਰਾ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਨਵੀਆਂ ਜਿਹੜੀਆਂ ਟੈਸਟੀਮੋਨੀਜ਼ ਉਹ ਲਈਆਂ ਜਾਣਗੀਆਂ, ਹੀਅਰਿੰਗਸ ਜਿਹੜੀਆਂ ਉਹ ਰੱਖੀਆਂ ਗਈਆਂ ਆ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਪਣਾ ਇਤਰਾਜ਼ ਅਤੇ ਜਿਹੜਾ ਗੁੱਸਾ ਵੀ ਜਿਹੜਾ ਉਹ ਜ਼ਾਹਿਰ ਕੀਤਾ ਆ। ਉਹਨਾਂ ਨੇ ਕਿਹਾ ਵੀ ਇਹ ਆਪਣੀ ਜਿਹੜੀ ਕਨਵੈਨਸ਼ਨ ਆ ਚੱਲਦੇ ਦੌਰਾਨ ਉਦੋਂ ਕਿਉਂ ਨਹੀਂ ਇਹਨਾਂ ਨੇ ਰੱਖੀਆਂ ਅਤੇ ਜਾਂ ਫਿਰ ਜਦੋਂ ਸਾਡੀ ਕਨਵੈਨਸ਼ਨ ਖਤਮ ਹੋ ਜੂਗੀ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਕਿਉਂ ਨਹੀਂ ਰੱਖੀਆਂ। ਇਹ ਉਹਨਾਂ ਨੇ ਵੀਕਐਂਡ ਦੇ ਉੱਤੇ ਜਿਹੜੀਆਂ ਕਨਵੈਨਸ਼ਨ ਤੋਂ ਬਿਲਕੁਲ ਪਹਿਲਾਂ ਜਿਹੜੀਆਂ ਆ ਉਹਨਾਂ ਨੇ USPS ਨੂੰ ਲੈ ਕੇ ਜਿਹੜੀਆਂ ਹੀਅਰਿੰਗਸ ਆ ਉਹ ਰੱਖੀਆਂ। ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਇਤਰਾਜ਼ ਆ ਉਸ ਚੀਜ਼ ਦੇ ਉੱਤੇ ਜਤਾਇਆ। ਜੀ ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਅੱਗਾਂ ਨੇ ਇੱਕ ਵਾਰੀ ਫੇਰ ਹਾਹਾਕਾਰ ਮਚਾਈ ਹੋਈ ਆ। ਸਲਾਨੋ ਕਾਉਂਟੀ ਦੇ ਵਿੱਚ 100 ਤੋਂ ਵੱਧ ਜਿਹੜੇ ਬਿਲਡਿੰਗਸ ਹੈਗੀਆਂ ਉਹ ਸੜ ਕੇ ਸਵਾਹ ਹੋ ਗਈਆਂ ਹੈਗੀਆਂ। ਬਹੁਤ ਸਾਰੇ ਏਰੀਏ ਦੇ ਵਿੱਚ ਅਵੈਕੂਏਸ਼ਨ ਵੀ ਜਿਹੜੀ ਕੀਤੀ ਗਈ ਆ। LNU ਲਾਈਟਨਿੰਗ ਕੰਪਲੈਕਸ, ਨੈਪਾ, ਸਨੋਮਾ, ਸੋਲਾਨੋ ਲੇਕ ਅਤੇ ਯੋਲੋ ਕਾਉਂਟੀਜ਼ ਦੇ ਵਿੱਚ, ਇਸੇ ਤਰ੍ਹਾਂ ਕੁਛ ਸੈਂਤਾ ਕਲਾਰਾ, ਅਲਾਮੀਡਾ, ਕੋਂਟਰਾ ਕੋਸਟਾ, ਸਨ ਮਿਕੀਨ ਅਤੇ ਸਟੈਨਿਸਲਸ ਕਾਉਂਟੀਜ਼ ਦੇ ਵਿੱਚ ਵੀ ਜਿਹੜੀਆਂ ਅਵੈਕੂਏਸ਼ਨਸ ਕੀਤੀਆਂ ਗਈਆਂ ਹੈਗੀਆਂ ਆ। ਜੀ ਬਿਲਕੁਲ, ਬੇ ਏਰੀਏ ਦੇ ਵਿੱਚ ਵੀ ਜਿਹੜੇ ਅੱਗਾਂ ਦਾ ਸਿਲਸਿਲਾ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਆ, ਉਹ ਵਧਿਆ ਹੋਇਆ ਹੈਗਾ ਆ ਅਤੇ 2.5 ਲੱਖ ਏਕੜ ਤੋਂ ਵੱਧ ਜਿਹੜੀ ਬੇ ਏਰੀਏ ਦੇ ਵਿੱਚ ਜਿਹੜੀਆਂ ਅੱਗਾਂ ਆ ਉਹ ਚੱਲ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਸੁਨਾਮੋ ਕਾਉਂਟੀ ਦੇ ਵਿੱਚ ਵੀ ਹਜ਼ਾਰਾਂ ਏਕੜ ਦੇ ਵਿੱਚ ਜਿਹੜੀ ਆ ਅਤੇ ਉੱਧਰ ਨਾਪਾ ਵਾਲੇ ਪਾਸੇ ਇਹ ਅੱਗ ਫੈਲੀ ਹੋਈ ਆ। ਇਸ ਦੇ ਕਰਕੇ ਕਹਿੰਦੇ 10,000 ਜਿਹੜੇ ਲੋਕ ਆ ਉਹਨਾਂ ਨੂੰ ਘਰਾਂ ਤੋਂ ਜਿਹੜਾ ਉਹ ਇਵੈਕੂਏਟ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਆਖਿਆ ਗਿਆ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਲੋਕਲ ਸਿਟੀ ਜਾਂ ਪੁਲਿਸ ਜਾਂ ਸ਼ੈਰਿਫ ਦੇ ਨਾਲ ਸੰਬੰਧਿਤ ਲੋਕ ਨੇ ਉਹ ਲੋਕਾਂ ਨੂੰ ਘਰਾਂ 'ਚ ਕਾਲ ਕਰਕੇ ਦੱਸ ਰਹੇ ਨੇ ਵੀ ਜੇ ਤੁਸੀਂ ਵਾਚ ਲਿਸਟ ਦੇ ਉੱਤੇ ਹੈਗੇ ਆ ਜਾਂ ਨਹੀਂ। ਕੈਲ ਫਾਇਰ ਦੇ ਜਿਹੜੇ ਚੀਫ ਸੀ ਉਹਨਾਂ ਨੇ ਕੱਲ੍ਹ ਇੱਕ ਹਿਸਾਬ ਦੇ ਨਾਲ ਸਾਰੇ ਹੀ ਕੈਲੀਫੋਰਨੀਆ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ। ਕਹਿੰਦੇ ਵੀ ਆਪਣੀ ਗੱਡੀਆਂ ਦੇ ਮੂੰਹ ਡਰਾਈਵੇ ਜਿਹੜਾ ਆ ਉਹ ਰੋਡ ਵੱਲ ਨੂੰ ਕਰਕੇ ਅਤੇ ਜ਼ਰੂਰੀ ਸਮਾਨ ਆ ਉਸ ਨੂੰ ਘਰ ਦੇ ਵਿੱਚ ਪੈਕ ਕਰਕੇ ਰੱਖੋ ਵੀ ਤੁਹਾਨੂੰ ਕਦੋਂ ਵੀ ਜਿਹੜਾ ਆ ਉਹ ਆਖਿਆ ਜਾ ਸਕਦਾ ਆ
ਇਵੈਕੂਏਟ ਕਰਨ ਦੇ ਲਈ। ਉਹ ਇਹ ਸਾਰਿਆਂ ਵਾਸਤੇ ਤਾਂ ਲਾਗੂ ਨਹੀਂ ਹੁੰਦਾ ਕਿਉਂਕਿ ਬਹੁਤ ਜਿਹੜੀਆਂ ਥਾਵਾਂ ਦੇ ਉੱਤੇ ਅੱਗ ਨਹੀਂ ਵੀ ਹੈਗੀ, ਪਰ ਸਮੱਸਿਆ ਜਿਹੜੀ ਇਸ ਟਾਈਮ ਇਹ ਜਿਹੜੀ ਬਣੀ ਪਈ ਆ ਵੀ ਅੱਗਾਂ ਜਿਹੜੀਆਂ ਫੈਲ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਹੋ ਰਹੀਆਂ ਨੇ। ਆਪਾਂ ਉਮੀਦ ਕਰਦੇ ਹਾਂ ਵੀ ਜਲਦ ਜਿਹੜੀਆਂ ਛੋਟੀਆਂ ਅੱਗਾਂ ਆ ਉਹਨਾਂ ਦੇ ਉੱਤੇ ਕਾਬੂ ਪਾ ਕੇ ਫਿਰ ਉਹ ਜਿਹੜੇ ਫਾਇਰ ਫਾਈਟਰ ਆ ਵੱਡੀਆਂ ਅੱਗਾਂ ਨੂੰ ਕਾਬੂ ਕਰਨ ਦੇ ਵਿੱਚ ਜਿਹੜੇ ਉਹ ਉਧਰ ਨੂੰ ਵੱਧ ਸਕਣ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਸਾਰੇ ਹੀ ਧਿਆਨ ਰੱਖੋ, ਪਰਿਵਾਰਾਂ ਦੇ ਵਿੱਚ ਸਾਰਿਆਂ ਨੂੰ ਬਿਠਾਲ ਕੇ ਕਿੱਦਾਂ ਵੈਕੂਏਸ਼ਨ ਪਲਾਨ ਆ ਤੁਹਾਡੀ। ਜੇ ਰੱਬ ਨਾ ਕਰੇ ਤੁਹਾਨੂੰ ਆਰਡਰ ਆ ਜਾਂਦਾ, ਫੋਨ ਦੇ ਉੱਤੇ ਮੈਸੇਜ ਆਉਂਦੇ ਆ ਰਾਈਟ ਵੇ ਵੀ ਤੁਹਾਨੂੰ ਵੈਕੂਏਟ ਕਰਨਾ ਪੈਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਸਟਰੀਟ ਤੋਂ ਕਿਹੜੇ ਹਾਈਵੇ ਤੋਂ ਕਿੱਧਰ ਨੂੰ ਬਾਹਰ ਜਾ ਸਕਦੇ ਆ। ਹਫ਼ਤੇ ਦਾ ਆਪਣਾ ਸਮਾਨ, ਪਾਣੀ ਵਗੈਰਾ, ਖਾਣ ਪੀਣ ਦਾ ਰਾਸ਼ਨ ਰੱਖੋ ਪੂਰਾ ਤਿਆਰ। ਲੈਪਟਾਪ, ਹੋਰ ਤੁਹਾਡੇ ਜਿਹੜੇ ਜ਼ਰੂਰੀ ਪੇਪਰ ਵਰਕ ਹੈਗੇ ਜਿਸ ਤਰ੍ਹਾਂ ਪਾਸਪੋਰਟ ਹੋ ਗਏ, ਕੋਈ ਸਰਟੀਫਿਕੇਟਸ ਵਗੈਰਾ, ਕੈਸ਼ ਮਨੀ ਆ, ਉਹ ਸਾਰਾ ਐਨ ਰੈਡੀ ਟੂ ਗੋ ਰੱਖੋ। ਅਤੇ ਰਾਤ ਨੂੰ ਜਿਹੜੀਆਂ ਤੁਹਾਡੀਆਂ ਗੱਡੀਆਂ ਆ ਪੂਰੀ ਤਰ੍ਹਾਂ ਉਹ ਗੈਸ 'ਚ ਭਰ ਕੇ ਰੱਖੋ ਤਾਂ ਕਿ ਕਿਤੇ ਜਾਣਾ ਵੀ ਪੈ ਜਾਏ। ਇਹ ਨਾ ਹੋਵੇ ਫਿਰ ਤੁਹਾਡੀ ਕਾਰ 'ਚ ਗੈਸ ਨਾ ਹੋਵੇ ਅਤੇ ਗੈਸ ਸਟੇਸ਼ਨ ਵੀ ਫਿਰ ਬੰਦ ਹੋਣ। ਇਹ ਬਹੁਤ ਜ਼ਰੂਰੀ ਹੈਗੀ ਆ। ਬਾਕੀ ਇਹ ਆ ਵੀ ਮਹਾਰਾਜ 'ਚ ਗੁਰੂ ਮਹਾਰਾਜ 'ਚ ਯਕੀਨ ਰੱਖੋ, ਚੜ੍ਹਦੀ ਕਲਾ 'ਚ ਰਹੋ। ਸੋ ਜਿਹੜੀਆਂ ਪ੍ਰੋਬਲਮਸ ਆ ਉਹ ਤਾਂ ਆਉਂਦੀਆਂ ਰਹਿੰਦੀਆਂ ਆ। ਸੋ ਬਿਲਕੁਲ ਜਿਹੜਾ ਤੁਹਾਡਾ ਐਟੀਟਿਊਡ ਆ, ਜਿਹੜਾ ਤੁਹਾਡਾ ਪੋਜ਼ੀਟਿਵ ਰਹਿਣਾ ਚਾਹੀਦਾ ਹੈਗਾ। ਬਿਲਕੁਲ ਜੀ ਬਿਲਕੁਲ। ਇਸ ਟਾਈਮ ਜੇ ਹਰਜੋਤ ਸਿੰਘ ਜੀ ਆਂਕੜਿਆਂ ਦੇ ਉੱਤੇ ਥੋੜ੍ਹੀ ਜਿਹੀ ਨਜ਼ਰ ਮਾਰੀਏ ਅਤੇ ਜਿਹੜੀ ਇਹ ਸੈਂਟਾ ਕਲਾਰਾ ਅਤੇ ਜਿਹੜੀ ਇਹ 4-5 ਕਾਊਂਟੀਜ਼ ਦੇ ਵਿੱਚ ਇਕੱਠੇ ਹੀ ਇੱਧਰਲੇ ਪਾਸੇ ਜਿਹੜੀ ਲੱਗੀ ਹੋਈ ਹੈ ਜਿਸ ਨੂੰ SCU ਲਾਈਟਨਿੰਗ ਕੰਪਲੈਕਸ ਫਾਇਰ ਆਖਿਆ ਜਾ ਰਿਹਾ ਆ। ਇਹ 1,37,137,000 ਏਕੜ ਦੇ ਵਿੱਚ ਜਿਹੜੀ ਇਸ ਟਾਈਮ ਫੈਲੀ ਹੋਈ ਆ। ਇਹ ਤਕਰੀਬਨ ਇਹਨਾਂ ਨੇ ਲਾਸਟ ਅਪਡੇਟ 4:30 ਵਜੇ ਕੈਲ ਫਾਇਰ ਨੇ ਕੀਤੀ ਅਤੇ ਅਜੇ ਸਿਰਫ 5% ਕੰਟੇਨ ਆ। ਅਤੇ ਉੱਧਰ ਜਿਹੜੀ ਇਹ ਸਨੋਮਾ ਨਾਪਾ ਉਸ ਥਾਂ ਦੇ ਉੱਤੇ ਜਿਹੜੀ ਵੈਕਾਵਿਲ ਇਲਾਕਾ ਉੱਥੇ ਕਿਉਂਕਿ ਤਕਰੀਬਨ ਕਾਫੀ ਲੋਕਾਂ ਨੂੰ ਉੱਥੇ ਇਵੈਕੂਏਟ ਜਿਹੜਾ ਉਹ ਕੀਤਾ ਗਿਆ ਕਿਉਂਕਿ 80 ਨੂੰ ਵੀ ਪਾਰ ਕਰਕੇ ਦੂਜੇ ਪਾਸੇ 80 ਦੇ ਜਿਹੜੀ ਹੀ ਅੱਗ ਆ ਇਹ ਫੈਲ ਚੁੱਕੀ ਹੋਈ ਸੀ। ਉਹ ਵੀ 1,31,131,000 ਏਕੜਸ ਜਿਹੜੀ ਆ ਉਸ ਦੇ ਵਿੱਚ ਫੈਲੀ ਹੋਈ ਆ। ਇਹ 5:24 'ਤੇ ਜਿਹੜੀ ਇਹਨਾਂ ਨੇ ਅਪਡੇਟ ਕੀਤੀ ਹੈ ਅਤੇ ਇਹ ਅਜੇ ਬਿਲਕੁਲ ਵੀ ਕਾਬੂ ਦੇ ਵਿੱਚ ਨਹੀਂ, 0% ਕੰਟੇਨ ਜਿਹੜੀ ਆ ਉਹ ਦੱਸੀ ਜਾਂਦੀ ਆ। ਫਾਇਰ ਲਾਈਨਸ ਦੇ ਉੱਤੇ ਜਿਹੜੇ ਇਸ ਟਾਈਮ ਹਰਜੋਤ ਸਿੰਘ ਜੀ ਲੱਗੇ ਹੋਏ ਨੇ ਕਾਫੀ ਜਿਹੜੇ ਕਰਮਚਾਰੀ ਫਾਇਰ ਫਾਈਟਿੰਗ, ਹਜ਼ਾਰਾਂ ਤੋਂ ਵੱਧ ਸੰਖਿਆ ਦੇ ਵਿੱਚ ਇੱਕ ਏਡੀਆਂ ਵੱਡੀਆਂ ਫਾਇਰਸ ਉੱਤੇ ਜਿਹੜੇ ਆ ਉਹ ਲੋਕ ਲੱਗੇ ਹੋਏ ਨੇ। ਕੁੱਲ ਹੁਣ ਤੱਕ 2 ਇੰਜਰੀਜ਼ ਵੀ ਦੱਸੀਆਂ ਗਈਆਂ। ਕੱਲ੍ਹ ਆਪਾਂ ਦੱਸਿਆ ਵੀ ਸੀਗਾ ਇੱਕ ਕੁਲਿੰਗਾ ਦੇ ਲਾਗੇ ਜਿਹੜਾ ਹੈਲੀਕਾਪਟਰ ਆ ਉਸ ਦਾ ਵੀ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਵੀ ਹੋਈ ਸੀ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਵੀ ਜਿਹੜੀਆਂ ਆ ਇਵੈਕੂਏਸ਼ਨਸ ਹੋਰ ਵਧਾਈਆਂ ਗਈਆਂ ਹੈਗੀਆਂ। ਸਨ ਮੈਕੀਨ ਕਾਉਂਟੀ ਜਿਹੜੀ ਆ ਨਾਰਥ ਆਫ ਵੈਸਟ ਕੋਰਲ ਹਾਲੋ ਰੋਡ ਹਾਈਵੇ 580 ਅਤੇ ਈਸਟ ਆਫ ਅਲਾਮੀਡਾ ਕਾਉਂਟੀ ਲਾਈਨ ਜਿਹੜਾ ਹੈਗਾ I-580 ਉਹਦੇ ਲਾਗੇ ਛਾਗੇ ਜਿਹੜੀ ਅੱਗ ਆ ਉਹ ਕਾਫੀ ਲੱਗੀ ਹੋਈ ਹੈਗੀ ਆ। ਸੋ ਸਾਰੇ ਹੀ ਬਿਲਕੁਲ ਪਲੀਜ਼ ਧਿਆਨ ਰੱਖੋ। ਇਵੈਕੂਏਸ਼ਨ ਬਿਲਕੁਲ ਫੋਨ 'ਤੇ ਧਿਆਨ ਦੇ ਨਾਲ ਸੁਣਦੇ ਰਹੋ। ਜਿਹਨੂੰ ਵੀ ਇਵੈਕੂਏਸ਼ਨ ਦਾ ਆਰਡਰ ਹੁੰਦਾ ਤਾਂ ਇਮੀਡੀਏਟਲੀ ਉਹਦੀ ਜਿਹੜੀ ਤਿਆਰੀ ਹੋਣੀ ਚਾਹੀਦੀ ਹੈਗੀ ਆ। ਹਾਈਵੇ 33 ਸਟਰ ਐਵਨਿਊ ਕੋਲਿੰਗਾ ਜਿਹੜਾ ਫ੍ਰਿਜਨੋ ਏਰੀਆ ਆ ਉੱਥੇ 1500 ਏਕੜ ਨੂੰ ਅੱਗ ਲੱਗੀ ਹੋਈ ਸੀ। 35% ਹੁਣ ਉਹ ਉੱਥੇ ਕੰਟੇਨਡ ਹੋ ਗਈ ਹੈਗੀ ਆ। ਜੀ ਬਿਲਕੁਲ। ਅਤੇ ਨਾਲ ਹੀ ਜਿਹੜੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਤਕਰੀਬਨ ਕਾਫੀ ਕਾਊਂਟੀਜ਼ ਨੇ ਅਲਰਟ ਸਿਸਟਮ ਜਿਹੜੇ ਆ ਔਨਲਾਈਨ ਵੀ ਬਣਾਏ ਹੋਏ ਆ ਜਿਸ ਦੇ ਵਿੱਚ ਤੁਸੀਂ ਆਪਣਾ ਅਕਾਊਂਟ ਬਣਾ ਕੇ ਫੋਨ ਅਤੇ ਈਮੇਲ ਦੇ ਨਾਲ ਜਿਹੜਾ ਉਹਨੂੰ ਜੋੜ ਸਕਦੇ ਆ। ਉਸ ਦੇ ਵਿੱਚ ਟੈਕਸਟ ਮੈਸੇਜ 'ਤੇ ਕਾਲ ਕਰਨ ਦੀ ਜਿਹੜੀ ਉਹ ਸਹੂਲਤ ਹੁੰਦੀ ਹੈ। ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਇਹ ਸਹੂਲਤ ਹੈਗੀ ਆ ਅਤੇ ਤੁਸੀਂ ਜਿਹੜੇ ਦੋ ਜਾਣਿਆਂ ਦਾ ਆਪਣਾ ਫ਼ੋਨ ਨੰਬਰ ਉਸ ਦੇ ਵਿੱਚ ਟੈਕਸਟ ਅਤੇ ਈਮੇਲ ਦੇ ਲਈ ਜਿਹੜਾ ਉਹ ਐਡ ਕਰ ਸਕਦੇ ਹੁੰਦੇ ਆ। ਸੋ ਜ਼ਰੂਰ ਉਸ ਨੂੰ ਜਿਹੜਾ ਆਪੋ ਆਪਣੀ ਕਾਊਂਟੀ ਦੇ ਵਿੱਚ ਜਿਹੜੇ ਹੈਗੇ ਨੇ ਜਿਹੜੀ ਵੀ ਤੁਹਾਡੀ ਕਾਊਂਟੀ ਦੀ ਵੈਬਸਾਈਟ ਆ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੋ ਅਤੇ ਕੈਲ ਫਾਇਰ ਨੂੰ ਵੱਧ ਤੋਂ ਵੱਧ ਤੁਸੀਂ ਜਿਹੜਾ ਉਹ ਫੋਲੋ ਕਰੋ, ਚਾਹੇ ਟਵਿੱਟਰ ਦੇ ਉੱਤੇ ਚਾਹੇ ਫੇਸਬੁੱਕ ਦੇ ਉੱਤੇ। ਅਤੇ ਆਪਣੀਆਂ ਲੋਕਲ ਨਿਊਜ਼ ਆ ਪੰਜਾਬੀ ਰੇਡੀਓ USA, ਹੋਰ ਜਿਹੜੇ ਲੋਕਲ ਰੇਡੀਓਜ਼ ਤੁਹਾਡੇ ਇਸ ਵੈਦਰ ਦੇ ਬਾਰੇ ਜਾਣਕਾਰੀ ਤੁਹਾਨੂੰ ਦੱਸਦੇ ਜਾ ਰਹੇ ਆ ਉਹਨਾਂ ਦੇ ਉੱਤੇ ਜਿਹੜੀ ਆ ਕੰਨ ਅਤੇ ਅੱਖ ਜਿਹੜੀ ਉਹ ਰੱਖੋ ਤਾਂ ਜੋ ਜ਼ਰੂਰਤ ਪੈਣ 'ਤੇ ਜੇ ਤੁਹਾਨੂੰ ਨਿਕਲਣਾ ਹੋਵੇ ਤਾਂ ਤੁਸੀਂ ਸੇਫਟੀ ਦੇ ਨਾਲ ਸੇਫਲੀ ਆਪਣੇ ਪਰਿਵਾਰ ਸਮੇਤ ਜਿਹੜਾ ਉੱਥੋਂ ਤੁਸੀਂ ਨਿਕਲ ਸਕੋ। ਬਾਕੀ ਪਾਣੀ ਪੂਣੀ ਜਿਹੜੇ ਆਪਣੇ ਜਿਹੜਾ ਹੁਣ ਯਾਰਡ ਵਗੈਰਾ ਉਸ ਨੂੰ ਲਾ ਕੇ ਰੱਖੋ। ਚਲੋ ਰੱਬ ਨਾ ਕਰੇ ਇੱਧਰਲੇ ਪਾਸੇ ਪਹੁੰਚਦੀ ਆ ਤਾਂ ਚਲੋ ਜਿੰਨਾ ਬਚਾਅ ਕਰ ਸਕਦੇ ਹਾਂ ਆਪਾਂ ਉਹ ਬਚਾਅ ਜਿਹੜਾ ਉਹ ਕਰੀਏ
ਕਹਿਣ ਵਾਲੇ ਤੇ ਵੀ ਕਹਿਣਗੇ ਵੀ ਇੰਨੀ ਅੱਗ ਦੇ ਅੱਗੇ ਉਹ ਕੁਛ ਨਹੀਂ, ਪਰ ਕਈ ਵਾਰੀ ਇੱਦਾਂ ਜਿਨ੍ਹਾਂ ਨੇ ਪਾਣੀ ਪੂਣੀ ਜ਼ਿਆਦਾ ਲਾ ਕੇ ਰੱਖਿਆ ਹੁੰਦਾ ਉਹਨਾਂ ਦੇ ਘਰ ਕਈ ਵਾਰੀ ਬਚ ਵੀ ਜਾਂਦੇ ਹੁੰਦੇ ਆ। ਜੀ ਅੱਜ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨੇ ਇਹ ਅਨਾਊਂਸ ਕੀਤਾ ਹੈ ਵੀ ਜਿਹੜੇ ਟੀਚਰਸ ਹੈਗੇ ਅਮਰੀਕਾ ਦੇ ਵਿੱਚ, ਜਿਹੜੇ ਅਧਿਆਪਕ ਆ, ਉਹਨਾਂ ਨੂੰ ਹੁਣ ਅਸੈਂਸ਼ੀਅਲ ਵਰਕਰ ਡਿਕਲੇਅਰ ਕੀਤਾ ਜਾਊਗਾ। ਸੋ ਇਹ ਡਿਕਲੇਅਰ ਕਰਕੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਹ ਚਾਹ ਰਿਹਾ ਵੀ ਜਿਹੜੇ ਸਕੂਲ ਆ ਉਹ ਵੱਖ-ਵੱਖ ਏਰੀਏ ਦੇ ਵਿੱਚ ਜਲਦੀ ਤੋਂ ਜਲਦੀ ਖੁੱਲ੍ਹਣ, ਕਿਉਂਕਿ ਆਪਾਂ ਦੇਖਿਆ ਵੀ ਐਸੈਂਸ਼ੀਅਲ ਜਿਹੜੇ ਵਰਕਰਸ ਆ, ਐਸੈਂਸ਼ੀਅਲ ਕੰਮ ਆ, ਉੱਥੇ ਫਿਰ ਸਾਰਿਆਂ ਨੂੰ ਜਿਹੜਾ ਉਹ ਆਉਣਾ ਪੈਂਦਾ ਆ ਜਾਂ ਜਾਣਾ ਪੈਂਦਾ ਆ। ਹਰਜੋਤ ਸਿੰਘ ਜੀ, ਸਵੇਰੇ ਆਪਾਂ ਦੱਸ ਰਹੇ ਸੀ ਜਿਹੜੀ ਲਿਕ ਆਬਜ਼ਰਵੇਟਰੀ ਆ, ਉਹ ਕਹਿੰਦੇ ਹਾਲ ਦੀ ਘੜੀ ਤਾਂ ਅੱਗ ਤੋਂ ਜਿਹੜੀ ਉਹ ਬਚੀ ਆ। ਰੋਡ ਜਿੱਥੇ ਉਸ ਦੇ ਲਾਗੋਂ ਲੰਘਦੀ ਆ ਉੱਥੇ ਤੱਕ ਪੂਰੀ ਅੱਗ ਜਿਹੜੀ ਉਹ ਮੱਚ ਚੁੱਕੀ ਸੀਗੀ, ਪਰ ਅੱਗੇ ਸ਼ਾਇਦ ਹੋਰ ਉਸ ਨੂੰ ਥਾਂ ਨਹੀਂ ਮਿਲੀ ਅੱਗ ਨੂੰ ਅੱਗੇ ਜਾਣ ਦੇ ਲਈ, ਤਾਂ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ ਹੈ। ਕਹਿੰਦੇ ਹਾਲ ਦੀ ਘੜੀ ਜਿਹੜਾ ਉਸ ਨੂੰ ਇਹਨਾਂ ਨੇ ਬਚਾ ਲਿਆ ਆ, ਪਰ ਇਹ ਆਉਣ ਵਾਲੇ ਜਿਹੜੇ ਕਹਿ ਲਓ ਵੀ ਸਾਲਾਂ ਦੇ ਲਈ ਜ਼ਰੂਰ ਇੱਕ ਜਿਹੜੀ ਮੱਤ ਵੀ ਇਹ ਦੇ ਕੇ ਜਾਂਦਾ ਵੀ ਆਪਾਂ ਨੂੰ ਜ਼ਿਆਦਾ ਜਿਹੜਾ ਆ ਉਹ ਟੇਕ ਕੇਅਰ ਕਰਨ ਦੀ ਜ਼ਰੂਰਤ ਆ। ਪਰ ਕੁਦਰਤ ਦੇ ਅੱਗੇ ਦੇਖੋ ਹਰਜੋਤ ਸਿੰਘ ਜੀ, ਜ਼ੋਰ ਨਹੀਂ ਆ, ਇਹ ਤਾਂ ਐਕਟ ਆਫ ਗੋਡ ਆ। ਦੇਖੋ 10,000 ਤੋਂ ਜ਼ਿਆਦਾ ਵਾਰ ਜਿਹੜੀ ਆ ਬਿਜਲੀ ਕੈਲੀਫੋਰਨੀਆ ਦੇ ਵਿੱਚ ਡਿੱਗੀ ਹੈ, ਜਿਸ ਕਰਕੇ ਇਹ ਕੰਪਲੈਕਸ ਫਾਇਰਸ, ਛੋਟੀਆਂ ਤੋਂ ਵੱਡੀਆਂ ਅੱਗਾਂ ਜਿਹੜੀਆਂ ਇਸ ਦੇ ਕਰਕੇ ਲੱਗੀਆਂ ਹੋਈਆਂ ਨੇ। ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਵਲਾਦੀਮੀਰ ਪੁਟਿਨ ਦਾ ਜਿਹੜਾ ਓਪੋਨੈਂਟ ਹੈਗਾ ਬੰਦਾ ਅਲੈਕਸੀ ਨਵਲਿਨ, ਕਹਿੰਦੇ ਵੀ ਉਹਨੂੰ ਜ਼ਹਿਰ ਦੇ ਦਿੱਤੀ ਗਈ ਆ। ਸੋ ਉਹ ਸਾਈਬੀਰੀਆ ਤੋਂ ਮਾਸਕੋ ਨੂੰ ਫਲਾਈਟ 'ਚ ਆ ਰਿਹਾ ਸੀ ਜਦੋਂ ਉਹ ਕਲੈਪਸ ਹੋ ਗਿਆ। ਕਹਿੰਦੇ ਵੀ ਸਸਪੈਕਟ ਕੀਤਾ ਜਾ ਰਿਹਾ ਵੀ ਉਹਨੂੰ ਪੋਇਜ਼ਨ ਦਿੱਤੀ ਗਈ ਹੈਗੀ। ਸੋ ਡਾਕਟਰਸ ਜਿਹੜੇ ਆ ਰਸ਼ੀਆ ਦੇ ਵਿੱਚ ਉਸ ਨੂੰ ਕੋਸ਼ਿਸ਼ ਕਰ ਰਹੇ ਆ ਬਚਾਉਣ ਦੀ। ਇਸ ਤੋਂ ਪਹਿਲਾਂ ਵੀ ਇਸ ਨੂੰ ਕਈ ਵਾਰੀ ਜੇਲ੍ਹ ਦੇ ਵਿੱਚ ਜਿਹੜੇ ਆ ਪੁਟਿਨ ਸਾਹਿਬ ਭੇਜ ਚੁੱਕੇ ਹੈਗੇ ਆ। ਸੋ ਏਅਰ ਐਂਬੂਲੈਂਸ ਕਹਿੰਦੇ ਜਰਮਨ ਤੋਂ ਸਾਈਬੀਰੀਆ ਨੂੰ ਭੇਜੀ ਗਈ ਸੀ ਤਾਂ ਕਿ ਇਸ ਨੂੰ ਜਿਹੜਾ ਆ ਇਲਾਜ ਇਹਦਾ ਕੀਤਾ ਜਾ ਸਕੇ। ਇਹ ਤਾਂ ਸ਼ਰੇਆਮ ਹੀ ਹੈ, ਪੁਟਿਨ ਜਿਹੜਾ ਹੈ ਉਹ ਕੀ ਕਰਨਾ ਚਾਹੁੰਦਾ ਆ, ਇਹ ਤਾਂ ਸ਼ਰੇਆਮ ਹੀ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ ਵੀ ਉਹਦਾ ਵਿਰੋਧੀ ਜਿਹੜਾ ਉਹ ਕਿਤੇ ਕੋਈ ਵੀ ਬਚੇ ਨਾ ਹੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਇਸ ਟਾਈਮ ਦੱਸਿਆ ਜਾ ਰਿਹਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ FDA ਆ, ਉਹਨਾਂ ਨੂੰ ਕੁਛ ਜਿਹੜੇ ਲੈਬੋਰਟਰੀ ਟੈਸਟ ਹੁੰਦੇ ਆ ਉਹਨਾਂ ਨੂੰ ਰੈਗੂਲੇਟ ਕਰਨ ਤੋਂ ਜਿਹੜਾ ਉਹ ਰੋਕ ਦਿੱਤਾ ਹੈ, ਜਿਨ੍ਹਾਂ ਵਿੱਚ ਕੁਛ ਜਿਹੜੇ ਟੈਸਟ ਨੇ ਉਹ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵੀ ਸੀਗੇ। ਬਹੁਤ ਸਾਰੇ ਜਿਹੜੇ ਪਬਲਿਕ ਹੈਲਥ ਐਕਸਪਰਟਸ ਹੈਗੇ ਆ, ਉਹਨਾਂ ਨੇ ਇਹ ਚਿੰਤਾ ਪ੍ਰਗਟਾਈ ਆ ਵੀ ਜਿਹੜੇ ਡਿਫੈਕਟਿਵ ਟੈਸਟ ਨੇ ਉਹ ਮਾਰਕੀਟ ਦੇ ਵਿੱਚ ਇਸ ਦੇ ਕਰਕੇ ਜਿਹੜੇ ਆ ਸਕਦੇ ਆ, ਅਤੇ ਉਹਦੇ ਕਰਕੇ ਜਿਹੜੀਆਂ ਕਈ ਤਰੀਕੇ ਦੀਆਂ ਆંકੜਿਆਂ ਦੇ ਵਿੱਚ ਕੌਣ ਬਿਮਾਰ ਆ ਕੌਣ ਠੀਕ ਆ ਉਸ ਦੇ ਵਿੱਚ ਪ੍ਰੋਬਲਮ ਜਿਹੜੀ ਆ ਸਮੱਸਿਆ ਆ ਸਕਦੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ FDA ਨੂੰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹੜਾ ਉਹ ਰੋਕ ਦਿੱਤਾ, ਉਹਨਾਂ ਨੂੰ ਬਲੌਕ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਰੋਨਾ ਵਾਇਰਸ ਦੇ ਕੁਝ ਟੈਸਟ ਦੇ ਨਾਲ ਹੋਰ ਵੀ ਕਈ ਟੈਸਟ ਜਿਹੜੇ ਆ ਲੈਬ ਟੈਸਟ ਆ ਉਹਨਾਂ ਨੂੰ ਜਿਹੜਾ ਆ ਅਪਰੂਵ ਜਾਂ ਡਿਸਅਪਰੂਵ ਜਿਹੜਾ ਉਹ ਕਰਨ ਦੇ ਲਈ। ਅੱਜ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਲਿਫਟ ਨੇ ਆਲਰੇਡੀ ਜਿਹੜੇ ਆਪਣਾ ਆਪਰੇਸ਼ਨ ਕੈਲੀਫੋਰਨੀਆ 'ਚ ਬੰਦ ਕਰ ਦਿੱਤਾ ਅਤੇ ਊਬਰ ਫਰਾਈਡੇ ਤੋਂ ਬੰਦ ਕਰਨ ਜਾ ਰਹੀ ਆ। ਉਹਨਾਂ ਨੇ ਊਬਰ ਅਤੇ ਲਿਫਟ ਨੂੰ ਲਾਸਟ ਮਿੰਟ ਅੱਜ ਬਾਅਦ ਦੁਪਹਿਰ ਇੱਕ ਜੱਜ ਨੇ ਆਰਡਰ ਦੇ ਕੇ ਕਹਿ ਦਿੱਤਾ ਵੀ ਠੀਕ ਆ, ਤੁਸੀਂ ਜਿੱਦਾਂ ਹੀ ਕੰਮ ਕਰ ਰਹੇ ਆ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਜਿਹੜੇ ਇੰਪਲਾਈ, ਉਹਨਾਂ ਨੂੰ ਇੱਦਾਂ ਹੀ ਕਰੋ ਜਦ ਤੱਕ ਹੋਰ ਡਿਸੀਜਨ ਨਹੀਂ ਆਉਂਦਾ। ਸੋ ਊਬਰ ਅਤੇ ਲਿਫਟ ਕਹਿੰਦੇ ਹੁਣ ਅਸੀਂ ਤਦ ਤੱਕ ਜਿਹੜੀ ਆ ਸਸਪੈਂਡ ਨਹੀਂ ਕਰਾਂਗੇ ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਹੈਗੀਆਂ। ਸਸਪੈਂਸ਼ਨ ਜਿਹੜੀ ਉਹਨਾਂ ਨੇ ਵਾਪਸ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਲੈ ਰਹੀ ਹੈ। ਅਖੀਰਲੇ ਮੌਕੇ ਦੇ ਉੱਤੇ ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜਿਹੜਾ ਆ ਊਬਰ ਅਤੇ ਲਿਫਟ ਨੂੰ ਮਿਲਿਆ ਹੈ। ਇਹ ਬਹੁਤ ਸਾਰੀਆਂ ਕੰਪਲੀਕੇਸ਼ਨਸ ਨੇ ਓਵਰਆਲ ਜਿਹੜੇ ਇਸ ਕਹਿ ਲਓ ਵੀ ਪੂਰੇ ਇਸ ਕੇਸ ਨੂੰ ਲੈ ਕੇ। ਇੱਕ ਟਾਈਮ ਦੇ ਉੱਤੇ ਤਾਂ ਜਿੰਨੇ ਵੀ ਆਪਾਂ ਕਹਿ ਸਕਦੇ ਹਰਜੋਤ ਸਿੰਘ ਜੀ, ਟੈਕਸੀ ਵਾਲੇ ਤਾਂ ਖੁਸ਼ ਹੋ ਗਏ ਹੋਣੇ ਆ ਵੀ ਜਿਹੜੇ ਲਿਫਟ ਤੇ ਊਬਰ ਜਿਹੜੇ ਉਹ ਬੰਦ ਹੋ ਜੂਗੀ। ਇਹ ਆ ਵੀ ਜਿਹੜੇ ਇਕੋਨਮੀ ਇਸ ਟਾਈਮ ਇੰਨੀ ਬੈਡ ਆ, ਲੇ ਆਫ ਇੰਨੀ ਆ, ਜੇ ਊਬਰ ਲਿਫਟ ਬੰਦ ਹੋ ਜਾਂਦੀ ਤੇ ਇਹਦੇ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਜਿਹੜੇ ਉਹ ਘਰਾਂ ਦੇ ਵਿੱਚ ਬੈਠ ਜਾਣਗੇ। ਆਈ ਡੋਂਟ ਥਿੰਕ ਹਰਜੋਤ ਸਿੰਘ ਜੀ ਸ਼ਾਇਦ ਜੱਜ ਇਸ ਚੀਜ਼ ਨੂੰ ਜਿੱਦਾਂ ਆਪਾਂ ਸੋਚਦੇ ਹਾਂ ਉਹ ਜ਼ਿਆਦਾ ਜਿਹੜਾ ਇਸ ਹਿਸਾਬ ਨਾਲ ਸੋਚਦੇ, ਉਹਨਾਂ ਨੇ ਕਾਨੂੰਨ ਦੇ ਮੁਤਾਬਕ ਹੀ ਜ਼ਿਆਦਾ ਜਿਹੜਾ ਉਹ ਦੇਖਣਾ ਹੁੰਦਾ ਆ। ਕੁਛ ਨਾ ਕੁਛ ਜ਼ਰੂਰ ਹੋਣੀ, ਕਿਉਂਕਿ ਇਹ ਬੜੇ ਚਿਰ ਦੀ ਫਾਈਟ ਇਹਨਾਂ ਦੀ, ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਸੇ ਚੀਜ਼ ਨੂੰ ਹੀ ਲਾ ਰਹੇ ਆ, ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਇਸ ਲਈ ਹੋਣਾ ਸੀਗਾ ਵੀ ਇਹਨਾਂ ਉੱਤੇ ਲਾਇਬਿਲਟੀਆਂ ਕੰਪਨੀ ਦੇ ਉੱਤੇ ਜਿਹੜੀਆਂ ਬਹੁਤ ਵਧਣੀਆਂ ਸੀਗੀਆਂ। ਬਹੁਤ ਸਾਰੇ ਜਿਹੜੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਐਜ਼ ਏ ਪ੍ਰੋਪਰ ਇੰਪਲੋਈ ਜਿਹੜਾ ਮਿਲਦੀਆਂ ਆ ਉਹ ਉਹਨਾਂ ਨੂੰ ਦੇਣੀਆਂ ਪੈਣੀਆਂ ਸੀ। ਹੁਣ ਉਹ ਉਸ ਚੀਜ਼ ਤੋਂ ਸਾਰੇ ਦੇ ਸਾਰੇ ਫਾਰਗ ਹੈਗੇ ਨੇ।
ਹੁਣ ਤੁਸੀਂ ਇਹ ਵੀ ਤਾਂ ਦੇਖੋ, ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਦੇ ਲਈ ਵੀ ਤਾਂ ਜੀ ਕਿੱਡੇ ਵੱਡੇ ਸਵਾਲ ਆ। ਜਿਹੜੀ ਆਪਣੀ ਪਰਸਨਲ ਇੰਸ਼ੋਰੈਂਸ ਦੇ ਉੱਤੇ ਕਮਰਸ਼ੀਅਲ ਜਿਹੜਾ ਉਹ ਕੰਮ ਜਿਹੜਾ ਉਹ ਕਰ ਰਹੇ ਸੀ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਇਦਾਂ ਹੀ ਸੀਗਾ, ਉਸ ਤੋਂ ਬਾਅਦ ਦੇ ਵਿੱਚ ਤਾਂ ਪਤਾ ਨਹੀਂ ਜਿਹੜੇ ਹੋਰ ਚੇਂਜਸ ਆਏ ਹੋਣ ਜਾਂ ਨਹੀਂ ਆਏ ਬਿਲਕੁਲ। ਹੋਣ। ਸੋ ਕਹਿੰਦੇ ਊਬਰ ਤੇ ਲਿਫਟ ਦੇ ਡਿਵਾਈਡਰ ਜਿਹੜੇ ਲਿਫਟ ਦੇ ਡਰਾਈਵਰਸ ਆ ਉਹ ਇਕੁਅਲੀ ਡਿਵਾਈਡਡ ਆ। ਕਈ ਕਹਿੰਦੇ ਵੀ ਅਸੀਂ ਇੰਡੀਪੈਂਡੈਂਟ ਕੰਮ ਕਰਨਾ ਚਾਹੁੰਦੇ, ਮਰਜ਼ੀ ਨਾਲ ਜਦ ਮਰਜ਼ੀ ਔਨ ਕਰ ਲਈਏ ਐਪ, ਜਦ ਮਰਜ਼ੀ ਘਰ ਬਹਿ ਜਾਈਏ। ਕਈ ਕਹਿੰਦੇ ਅਸੀਂ ਐਜ਼ ਏ EMPLOYE ਕੰਮ ਕਰਨਾ ਚਾਹੁੰਦੇ ਆ। ਪਰ ਲਿਫਟ ਦੇ ਡਰਾਈਵਰਸ ਨੇ ਅੱਜ ਕਿਹਾ ਵੀ ਜਿਸ ਤਰ੍ਹਾਂ ਇਹਨਾਂ ਨੇ ਥ੍ਰੈਟ ਕੀਤਾ ਹੈਗਾ ਵੀ ਅਸੀਂ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੇ ਹਾਂ, ਕਹਿੰਦੇ ਵੀ ਇਹਦਾ ਮਤਲਬ ਇਹ ਡਰਾਈਵਰ ਦੀ ਉਹ ਕੇਅਰ ਨਹੀਂ ਕਰਦੇ, ਸਿਰਫ ਆਪਣੇ ਬਿਜ਼ਨਸ ਦੀ ਹੀ ਕੇਅਰ ਕਰਦੀ ਹੈਗੀ ਆ ਇੱਦਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸਾਊਥ ਡਕੋਟਾ ਦੇ ਵਿੱਚ ਜਿਹੜਾ ਸਟਰਜਿਸ ਸੀਗਾ, ਉੱਥੇ ਸਭ ਨੂੰ ਪਤਾ ਵੀ ਇੱਕ ਬੜੀ ਵੱਡੀ ਮੋਟਰਸਾਈਕਲ ਦੀ ਰੈਲੀ ਜਿਹੜੀ ਹੋਈ ਸੀ, ਜਿੱਥੇ ਹਜ਼ਾਰਾਂ ਹੀ ਲੋਕਾਂ ਨੇ ਹਿੱਸਾ ਲਿਆ ਸੀ। ਕਹਿੰਦੇ ਵੀ ਹੁਣ ਇਹ ਉੱਥੋਂ ਦੇ ਜਿਹੜੇ ਹੈਲਥ ਅਫੀਸ਼ੀਅਲ ਅਧਿਕਾਰੀ ਇਹ ਦੱਸ ਰਹੇ ਆ ਵੀ ਉੱਥੇ ਇੱਕ ਇਨਸਾਨ ਜਿਹੜਾ ਕਿ ਕਰੋਨਾ ਵਾਇਰਸ ਪੋਜ਼ੀਟਿਵ ਸੀਗਾ, ਉਹਨੇ ਇੱਕ ਬਾਰ ਆ ਉਸ ਨੂੰ ਵਿਜ਼ਿਟ ਕੀਤਾ ਹੋ ਸਕਦਾ ਆ, ਜਿੱਥੇ ਕਈ ਲੋਕਾਂ ਨੂੰ ਇਸ ਨੇ ਕਰੋਨਾ ਵਾਇਰਸ ਨੂੰ ਐਕਸਪੋਜ਼ ਕੀਤਾ ਹੋਵੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ। ਪਹਿਲਾਂ ਹੀ ਇਸ ਜਿਹੜੀ ਇਵੈਂਟ ਹੈਗੀ ਆ ਹੋਈ ਆ ਮੋਟਰਸਾਈਕਲ ਰੈਲੀ, ਉਸ ਨੂੰ ਸੁਪਰ ਸਪਰੈਡਿੰਗ ਇਵੈਂਟ ਦੇ ਖਤਰੇ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਸੀ। 60% ਜਿਹੜੇ ਹਰਜੋਤ ਸਿੰਘ ਜੀ ਉੱਥੋਂ ਦੇ ਰਹਿਣ ਵਾਲੇ ਸੀ ਉਹ ਨਹੀਂ ਸੀ ਚਾਹੁੰਦੇ, ਜਿਹੜੀ ਇੱਕ ਸਰਵੇ ਦੇ ਵਿੱਚ ਵੀ ਉਹ ਨਹੀਂ ਸੀ ਚਾਹੁੰਦੇ ਵੀ ਇੱਥੇ ਜਿਹੜੀ ਇਹ ਰੈਲੀ ਹੋਵੇ। ਪਰ ਜਿਹੜੀ ਉੱਥੋਂ ਦੀ ਸਿਟੀ ਕਾਉਂਸਲ ਆ ਉਹਨਾਂ ਨੇ ਇਹ ਫਿਰ ਫੈਸਲਾ ਲਿਆ ਵੀ ਇਹ ਤਾਂ ਹੁਣ ਉੱਥੋਂ ਤੁਰੇ, ਇਹਨਾਂ ਨੇ ਤਾਂ ਅਟਕਣਾ ਨਹੀਂ, ਇਹਨਾਂ ਨੇ ਤਾਂ ਹਟਣਾ ਨਹੀਂ। ਸੋ ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਆਪਣੇ ਪੱਧਰ ਦੀ ਜਿਹੜੀ ਉਹ ਤਿਆਰੀ ਕਰਕੇ ਇਸ ਨੂੰ ਜਿਹੜਾ ਉਹ ਕਰਵਾ ਦਈਏ। ਸੋ ਇਹ ਕੁਝ ਵਾਪਰਿਆ। ਹੁਣ ਇਹ ਨਹੀਂ ਪਤਾ ਵੀ ਇਸ ਦੀ ਐਕਚੁਅਲ ਦੇ ਵਿੱਚ ਕਿੰਨੀ ਕੁ ਮਾਰ ਜਿਹੜੀ ਆ ਉਹ ਪਈ ਹੋ ਸਕਦੀ ਆ, ਜੇ ਜਿਹੜਾ ਇੱਕ ਬੰਦੇ ਦਾ ਦੱਸਿਆ ਜਾ ਰਿਹਾ ਵੀ ਉਹ ਕਰੋਨਾ ਵਾਇਰਸ ਪੋਜ਼ੀਟਿਵ ਉੱਥੇ ਘੁੰਮ ਫਿਰ ਕੇ ਗਿਆ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਅਨਾਊਂਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੇ ਪਿਆਜ਼ ਹੈਗੇ ਆ, ਗੰਢੇ, ਉਹਨਾਂ ਨੂੰ ਰੀਕਾਲ ਕੀਤਾ ਗਿਆ ਸੀ ਕਿਉਂਕਿ ਕਈ ਲੋਕ ਸਾਲਮੋਨੈਲਾ ਜਿਹੜੇ ਆ ਉਹਦੇ ਕਰਕੇ ਬਿਮਾਰ ਹੋ ਗਏ ਸੀ। ਹੁਣ ਨਵੀਂ ਖਬਰ ਇਹ ਆ ਰਹੀ ਆ, ਟਾਰਗੇਟ ਤੇ ਆਲਦੀ ਸਟੋਰਸ ਜਿਹੜੇ ਆ ਬੈਗਾਂ ਦੇ ਵਿੱਚ ਪੀਚਜ਼ ਨੂੰ ਸੈੱਲ ਕਰਦੇ ਆ, ਕਹਿੰਦੇ ਉਹਨਾਂ ਦੇ ਵਿੱਚ ਵੀ ਸੈਲਮੋਨੈਲਾ ਦੇ ਕੇਸ ਪਾਏ ਗਏ ਆ। 9 US ਦੀਆਂ ਸਟੇਟਾਂ ਦੇ ਵਿੱਚ ਇਹ ਲੱਭੇ ਗਏ ਆ। 68 ਲੋਕ ਬਿਮਾਰ ਹੋ ਚੁੱਕੇ ਆ ਤੇ 14 ਜਣੇ ਹਸਪਤਾਲਾਂ 'ਚ ਐਡਮਿਟ ਹੋ ਚੁੱਕੇ ਆ। ਤੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਹਜੇ ਵੀ ਇਨਵੈਸਟੀਗੇਟ ਕਰ ਰਿਹਾ, ਪਰ ਇਹ ਦੋਨਾਂ ਕੰਪਨੀਆਂ ਨੇ ਜਿਹੜੇ ਪੀਚਜ਼ ਆ ਉਹ ਰੀਕਾਲ ਕਰ ਰਹੇ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜੇ ਤੁਸੀਂ ਜਿਹੜੇ ਆੜੂ ਹੈਗੇ ਆ ਟਾਰਗੇਟ ਤੇ ਆਲਦੀ ਸਟੋਰਸ ਤੋਂ ਬਾਈ ਕੀਤੇ ਹੈਗੇ ਆ, ਸੋ ਤੁਹਾਨੂੰ ਨੋਟਿਸ ਤਾਂ ਆਏ ਗਿਆ ਹੋਣਾ, ਸੋ ਉਹਨਾਂ ਨੂੰ ਨਾ ਖਾਇਆ ਜਾਵੇ ਤਾਂ ਬਿਹਤਰ ਆ ਜੀ। ਤੇ ਟਾਰਗੇਟ ਦੇ ਨਾਲ ਤੁਸੀਂ ਸੰਪਰਕ ਕਰੋ ਜੇ ਉਹ ਵਾਪਸ ਜਿਹੜੇ ਉਹ ਲੈ ਲੈਂਦੇ ਨੇ ਤੁਹਾਡੇ ਤੋਂ। ਫਰਾਂਸ ਦੇ ਵਿੱਚ ਕਰੋਨਾ ਵਾਇਰਸ ਫੇਰ ਜਿਹੜਾ ਹਰਜੋਤ ਸਿੰਘ ਜੀ ਸਿਰ ਪਾ ਰਿਹਾ ਆ। 4711 ਨਵੇਂ ਕੇਸ ਕਹਿੰਦੇ ਆ ਲੋਕਡਾਊਨ ਖਤਮ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਉਹ ਆਏ ਨੇ, ਤੇ ਉਹਨਾਂ ਨੇ ਦੱਸਿਆ ਆ ਵੀ ਜਿਹੜਾ ਉਹਨਾਂ ਦੇ ਵੀ ਪੋਸਟ ਲੋਕਡਾਊਨ ਰੈਕਡ ਜਿਹੜਾ ਇੱਕ ਦਿਨ ਦੇ ਵਿੱਚ ਆਇਆ ਆ ਉਹ ਸਭ ਤੋਂ ਜ਼ਿਆਦਾ ਆ। 4711 ਕੁੱਲ ਕੇਸ, 12 ਮੌਤਾਂ ਜਿਹੜੀਆਂ ਪਿਛਲੇ 12 ਘੰਟਿਆਂ ਦੇ ਵਿੱਚ ਪਿਛਲੇ 24 ਘੰਟਿਆਂ 'ਚ ਜਿਹੜੀਆਂ ਆ ਫਰਾਂਸ ਦੇ ਵਿੱਚ ਨੋਟ ਕੀਤੀਆਂ ਗਈਆਂ ਆ। ਉਸ ਤੋਂ ਪਿਛਲੇ ਦਿਨ 3776 ਨਵੇਂ ਕੇਸ ਜਿਹੜੇ ਉਹ ਆਏ ਸੀਗੇ। ਪਿਛਲੇ ਕੁਛ ਜਿਹੜੇ ਦਿਨਾਂ ਤੋਂ ਫਰਾਂਸ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਕੇਸਾਂ ਦਾ ਆਂਕੜਾ ਫਿਰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਉੱਧਰ ਜਿਹੜੀ ਉੱਥੇ ਦੀ ਸਿਟੀ ਆਫ ਟਾਊਲੂਜ਼ ਹੈਗੀ ਆ, ਉਹਨਾਂ ਨੇ ਇੱਕ ਵਾਰੀ ਫਿਰ ਪਬਲਿਕ ਪਲੇਸਿਸ ਦੇ ਵਿੱਚ ਮਾਸਕ ਆ ਉਹਨਾਂ ਨੂੰ ਮੈਂਡੇਟੋਰੀ ਜਿਹੜਾ ਉਹ ਕਰ ਦਿੱਤਾ ਹੈਗਾ ਆ। ਅਗਲੀ ਖਬਰ ਨਾਰਥ ਕੋਰੀਆ ਤੋਂ ਆ ਰਹੀ ਆ। ਕਿਮ ਜੋਂਗ ਉਨ ਜਿਹੜਾ ਉੱਥੇ ਦਾ ਡਿਕਟੇਟਰ ਆ, ਉਸ ਨੇ ਹੁਣ ਆਪਣੀ ਭੈਣ ਜਿਹੜੀ ਆ ਉਸ ਨੂੰ ਕਹਿੰਦੇ ਹੋਰ ਪਾਵਰਸ ਦੇ ਦਿੱਤੀ ਆ। ਜਿਹੜੀਆਂ ਇੰਟੈਲੀਜੈਂਸ ਰਿਪੋਰਟਸ ਆਈਆਂ ਹੈਗੀਆਂ, ਉਹਦੀ ਇੱਕ ਜਿਹੜੀ ਯੰਗਰ ਸਿਸਟਰ ਹੈਗੀ ਆ, ਉਹ ਉੱਥੇ ਦੇ ਜਿਹੜਾ ਮੁਲਕ ਆ ਉਹਦੇ ਕਾਫੀ ਜਿਹੜੀਆਂ ਡਿਪਾਰਟਮੈਂਟਸ ਆ ਉਹਦੇ ਅੰਡਰ ਹੈਗੀਆਂ। ਸੋ ਹੁਣ ਕਹਿੰਦੇ ਵੀ ਉਹਨੂੰ ਹੋਰ ਪਾਵਰ ਇਹਦੇ ਵੱਲੋਂ ਦਿੱਤੀ ਗਈ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, CDC ਦੇ ਜਿਹੜੇ ਡਾਇਰੈਕਟਰ ਨੇ ਰੋਬਰਟ ਰੈਡਫੀਲਡ, ਉਹਨਾਂ ਨੇ ਅੱਜ ਵੀਰਵਾਰ ਨੂੰ ਇਹ ਬਿਆਨ ਦਿੱਤਾ, ਕਹਿੰਦੇ ਵੀ ਜਿਹੜੇ ਸਦਰਨ ਸਟੇਟਸ ਹੈਗੀਆਂ ਆ ਉਹਨਾਂ ਨੇ ਜਿਹੜੀ ਟਾਈਡ ਆ, ਜਿਹੜਾ ਇੱਕ ਉਛਾਲ ਆਇਆ ਸੀ, ਉਸ ਨੂੰ ਮੋੜਨਾ ਜਿਹੜਾ ਆ ਉਹ ਸ਼ੁਰੂ ਕੀਤਾ ਹੈਗਾ ਆ। ਪੈਂਡੈਮਿਕ ਪਿਛਲੇ ਜਿਹੜੇ ਹਫ਼ਤੇ ਜਾਂ ਉਸ ਤੋਂ ਪਿਛਲੇ ਹਫ਼ਤਿਆਂ ਦੇ ਵਿੱਚ ਉੱਥੇ ਲਗਾਤਾਰ ਕਰੋਨਾ ਵਾਇਰਸ ਦੇ ਕੇਸ ਇੱਕ ਵਾਰੀ ਫਿਰ ਜਿਹੜੇ ਉਹ ਵਧਣੇ ਸ਼ੁਰੂ ਹੋਏ ਸੀਗੇ। ਕਾਫੀ ਜਿਹੜੀ ਜੱਦੋਜਹਿਦ ਦੇ ਬਾਅਦ ਉਹ ਥੋੜ੍ਹਾ ਜਿਹਾ ਜਿਹੜਾ ਸਟੇਬਲ ਹੋਣਾ ਸ਼ੁਰੂ ਹੋਇਆ ਆ, ਪਰ ਇਹ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਪਹਿਲੀ ਵਾਰੀ ਵੀ ਇੱਦਾਂ ਹੀ ਹੋਇਆ ਸੀ, ਥੋੜ੍ਹਾ ਹੀ ਜਿੱਦਾਂ ਸਟੇਬਿਲਿਟੀ ਹੋਈ ਆ, ਲੋਕੀ ਕਹਿੰਦੇ ਵੀ ਵੇਖੀ ਜਾਊਗੀ ਫਿਰ ਜੋ ਹੁੰਦਾ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆ ਗਈ ਸੀ। ਰੈਡਫੀਲਡ ਨੇ ਐਰੀਜ਼ੋਨਾ ਦੀ ਜਿਹੜੀ ਤਾਰੀਫ ਜਿਹੜੀ ਉਹ ਕਰਦੇ ਹੋਏ ਆਖਿਆ ਵੀ ਇਹਨਾਂ ਦੇ ਸੂਬੇ ਦੇ ਵਿੱਚ ਸਭ ਤੋਂ
ਤੇਜ਼ੀ ਦੇ ਨਾਲ ਤੇ ਵਨ ਆਫ ਦਾ ਵਰਸਟ ਸਪਾਈਕਸ ਵਾਇਰਸ ਦੀਆਂ ਜਿਹੜੀਆਂ ਆ ਰਹੀਆਂ ਸੀਗੀਆਂ, ਪਰ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਇਸ ਪੈਂਡੈਮਿਕ ਨੂੰ ਕੰਟਰੋਲ ਜਿਹੜਾ ਕਰਨ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ। ਸੋ ਮਿਡਲ ਅਮਰੀਕਾ ਜਿਹੜਾ ਆ ਉਹ ਕਹਿੰਦੇ ਵੀ ਇੱਕ ਵਾਰੀ ਫੇਰ ਸਟਕ ਜਿਹੜਾ ਉਹ ਹੋਇਆ ਪਿਆ ਆ ਇਹ ਇਸ ਦੇ ਕਰਕੇ। ਅਗਲੀ ਖਬਰ ਜਿਹੜੀ ਆ ਇੰਗਲੈਂਡ ਦਾ ਸਿਟੀਜ਼ਨ ਜੱਗੀ ਜੌਲ ਨੂੰ ਲੈ ਕੇ ਆ। ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ 1020 ਦਿਨ ਹੋ ਗਏ ਹੈਗੇ ਆ। ਉਹਦੇ ਸਬੰਧ ਦੇ ਵਿੱਚ UK ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਪ੍ਰੋਟੈਸਟ ਕੀਤਾ ਅਤੇ ਨਾਲ ਦੀ ਨਾਲ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਨੂੰ ਜਿਹੜਾ ਲੈਟਰ ਵੀ ਲਿਖਿਆ ਆ ਵੀ ਜੱਗੀ ਜੌਲ ਦੇ ਕੇਸ ਨੂੰ ਫੋਲੋ ਕੀਤਾ ਜਾਵੇ। ਇੰਡੀਆ ਦੇ ਵਿੱਚ ਜਿਹੜੀ ਉੱਥੇ ਦੀ ਪੁਲਿਸ ਆ ਉਹ ਕਹਿੰਦੀ ਵੀ ਸ਼ਰੇਆਮ ਅਸੀਂ ਇਹਨੂੰ ਜਾਲ ਕੇ ਮਾਰ ਦਾਂਗੇ, ਝੂਠੇ ਕੇਸਾਂ ਦੇ ਵਿੱਚ ਫਸਾ ਦੇਵਾਂਗੇ। 180 ਦੇ ਕਰੀਬ ਕਹਿੰਦੇ ਕੋਰਟ ਅਪੀਅਰੈਂਸਿਸ ਹੋਣ ਤੋਂ ਬਾਵਜੂਦ ਵੀ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਚਾਰਜ ਨਹੀਂ ਕੀਤਾ ਗਿਆ। ਉੱਥੇ ਦੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ, ਸੋ ਧੱਕੇ ਦੇ ਨਾਲ ਉਹਨੂੰ ਰੱਖਿਆ ਗਿਆ ਆ। ਸੋ ਵੱਡੀ ਗਿਣਤੀ ਦੇ ਵਿੱਚ ਇੰਗਲੈਂਡ ਦੇ ਸਿੱਖਾਂ ਨੇ ਜਿਹੜਾ ਕੱਲ੍ਹ ਉੱਥੇ ਪ੍ਰੋਟੈਸਟ ਕੀਤਾ ਜੱਗੀ ਜੌਲ ਦੇ ਹੱਕ ਦੇ ਵਿੱਚ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਤੇ ਜਾਂਦੇ ਜਾਂਦੇ ਤੁਹਾਨੂੰ ਸਟਾਕ ਮਾਰਕੀਟ ਦਾ ਜਿਹੜਾ ਆ ਉਹ ਆਪਾਂ ਜੇ ਹਾਲ ਦੱਸਦੇ ਜਾਈਏ। ਇੱਕ ਹੋਰ ਖਬਰ ਆਪਾਂ ਪੂਰੀ ਸਾਂਝੀ ਕਰਨੀ ਸੀ ਵੀ ਫਰਿਜ਼ਨੋ ਤੋਂ ਇੱਕ ਟਰੱਕ ਡਰਾਈਵਰ ਆਪਣਾ ਹੋਰ ਨੌਜਵਾਨ ਮੁਖਤਿਆਰ ਸਿੰਘ ਢਾਲੀਵਾਲ, ਜਿਨ੍ਹਾਂ ਦੀ ਉਮਰ 38 ਸਾਲ ਦੱਸੀ ਜਾਂਦੀ ਆ, ਕਹਿੰਦੇ ਵੀ ਟਰੱਕ ਚਲਾ ਰਿਹਾ ਸੀ ਐਰੀਜ਼ੋਨਾ ਸਟੇਟ 'ਚ, ਜਦੋਂ ਉਹਨਾਂ ਦੇ ਟਰੱਕ ਦਾ ਇੱਕ ਟਾਇਰ ਫਟ ਗਿਆ ਅਤੇ ਟਰੱਕ ਉਲਟ ਗਿਆ ਅਤੇ ਜਿੱਥੇ ਉਹਨਾਂ ਦੀ ਮੌਤ ਹੋ ਗਈ। ਬਹੁਤ ਹੀ ਮਾੜੀ ਖਬਰ ਆ। ਹਜੇ ਪਿੱਛੇ ਜਿਹੇ 2 ਹੋਰ ਟਰੱਕ ਡਰਾਈਵਰਸ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋਈ ਸੀ ਵੱਖ-ਵੱਖ ਜਿਹੜੇ ਆ ਹਾਦਸਿਆਂ ਦੇ ਵਿੱਚ। ਸੋ ਇਹ ਮਾੜੀ ਗੱਲ ਆ ਜਿਹੜੀ ਇਹ ਘਟਨਾ ਜਿਹੜੀ ਉਹ ਵਾਪਰੀ ਆ। ਟਰੱਕ ਫਟਣ ਦੇ ਉੱਤੇ ਤਾਂ ਜਿਹੜਾ ਕਿਹਾ ਨਹੀਂ ਜਾ ਸਕਦਾ ਹੈ ਨਾ ਵੀ ਕੀ ਜਿਹੜਾ ਹੋਊਗਾ ਕੀ ਆ, ਵੀ ਟਾਇਰ ਦੇ ਨਾਲ ਕੰਟਰੋਲ ਜਿਹੜਾ ਉਹ ਨਹੀਂ ਰਿਹਾ ਅਤੇ ਉਹਦੇ ਕਰਕੇ ਜਿਹੜਾ ਘਟਨਾ ਦੁਰਘਟਨਾ ਜਿਹੜੀ ਇਹ ਵਾਪਰੀ ਆ ਜੀ। ਅਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜਿਹੜੇ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ 46 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 27,739 ਦੇ ਉੱਤੇ ਜਿਹੜੀ ਆ ਉਹ ਮਾਰਕੀਟ ਡਾਓ ਜੋਨ ਕਲੋਜ਼ ਹੋਇਆ। ਨੈਸਡੈਕ 118 ਜਿਹੜਾ ਪੁਆਇੰਟ ਆ ਉਹ ਵਧਿਆ। 11,264 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 10 ਪੁਆਇੰਟ ਵਧੇ। 3300 ਜਿਹੜਾ 85 ਦੇ ਉੱਤੇ ਮਾਰਕੀਟ ਕਲੋਜ਼ ਹੋਇਆ। ਸੋਨੇ ਦੀ ਕੀਮਤ $1960 ਪ੍ਰਤੀ ਆਊਂਸ ਜਿਹੜੀ ਹੋ ਰਹੀ। ਇੱਕ ਆਊਂਸ 'ਚ ਤਕਰੀਬਨ 28 ਗ੍ਰਾਮ ਹੁੰਦੇ ਨੇ ਜੀ। ਇੱਕ $US ਦੀ ਕੀਮਤ ਕੈਨੇਡਾ ਦੇ ਡਾਲਰ ਦੇ ਬਰਾਬਰ $1.34 ਰਹੀ ਆ। ਇਸੇ ਤਰ੍ਹਾਂ ਜੇ ਇੰਡੀਆ ਦੇ ਰੁਪਈਆਂ ਦੀ ਗੱਲ ਕਰਦੇ ਜਾਈਏ, ਇੱਕ $US ਦੀ ਕੀਮਤ $75 ਤੇ 1 ਸੈਂਟ ਰਹੀ ਹੈਗੀ ਆ ਜੀ। ਅਤੇ ਇੱਥੇ ਹੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿਲਾਂਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।